बिरहनी गुर की शरण संहार। बिरहनी गुर की शरण संहार। या जग में तेरा मीत न कोई, करो नाम आधार। करो नाम आधार। संगत नूं राधा स्वामी जी, ਇਹ ਜਿਹੜੀ ਬਾਣੀ ਹੈ ਇਹ ਹਜ਼ੂਰ स्वामी जी महाराज ਦੀ ਬਾਣੀ ਹੈ। ਇਸ ਬਾਣੀ ਦੇ ਜ਼ਰੀਏ ਆਪ ਸਾਡੇ ਸਾਹਮਣੇ ਉਹ ਜਿਹੜਾ ਪਰਮਾਤਮਾ ਤੋਂ ਜਿਹੜਾ ਸਾਡਾ ਮਿਲਨ ਪਿਛੜਾ ਹੋਇਆ ਹੈ ਉਹਦੀ ਯਾਦ ਸਾਨੂੰ ਦਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। स्वामी जी महाराज ਇੱਥੇ ਸਾਨੂੰ ਬਿਰਹਨੀ, ਸਾਡੀ ਆਤਮਾ ਨੂੰ ਬਿਰਹਨੀ ਕਹਿ ਕੇ ਬਿਆਨ ਕਰ ਰਹੇ ਹਨ। ਬਿਰਹਨੀ ਜਿਹੜੀ ਬਿਰਹ ਦੇ ਨਾਲ ਭਰੀ ਹੁੰਦੀ ਹੈ। ਜਦ ਆਪਾਂ ਕਿਸੇ ਤੋਂ ਡਿਟੈਚ ਹੁੰਦੇ ਹਾਂ, ਉਹ ਜਿਹੜੀ ਵਿਰਹ ਸਾਡੇ ਮਨ ਦੇ ਵਿੱਚ ਬਣਦੀ ਹੈ, ਫਿਰ ਸਾਨੂੰ ਆਪਣੇ ਪ੍ਰੀਤਮ ਦੀ ਯਾਦ ਆਉਂਦੀ ਹੈ। ਆਪਾਂ ਜੇ ਦੁਨਿਆਵੀ ਰਿਸ਼ਤਿਆਂ ਦੇ ਉੱਤੇ ਵੇਖੀਏ, ਜਦ ਕਿਸੇ ਮਾਂ ਤੋਂ ਉਹਦਾ ਬੱਚਾ ਦੂਰ ਹੋ ਜਾਂਦਾ ਹੈ, ਮਾਂ ਕਿਸ ਤਰੀਕੇ ਦੇ ਨਾਲ ਉਹਦੀ ਯਾਦ ਦੇ ਵਿੱਚ ਰੋਂਦੀ ਰਹਿੰਦੀ ਹੈ ਤੇ ਬੱਚਾ ਵੀ ਰੋਂਦਾ ਰਹਿੰਦਾ ਹੈ। ਜਦ ਮਾਂ ਨੂੰ ਆਪਣਾ ਬੱਚਾ ਵਾਪਸ ਮਿਲਦਾ ਹੈ, ਉਹ ਉਹਨੂੰ ਛਾਤੀ ਤੇ ਲਾ ਲੈਂਦੀ ਹੈ। ਉਹੀ ਸਾਡੀ ਹਾਲਤ ਬਿਆਨ ਕਰ ਰਹੇ ਹਨ। ਤਾਂ स्वामी जी महाराज ਸਾਡੇ ਸਾਹਮਣੇ ਉਹੀ ਅਵਸਥਾ ਰੱਖ ਰਹੇ ਹਨ ਕਿ ਆਤਮਾ ਜਿਹੜੀ ਹੈ ਉਹ ਆਪਣੇ ਪ੍ਰੀਤਮ, ਆਪਣੇ ਪਰਮਾਤਮਾ ਤੋਂ ਦੂਰ ਬੈਠ ਕੇ ਇੱਥੇ ਆ ਗਈ ਹੈ। ਉਹਨੂੰ ਸਚੇਤ ਕਰਨ ਦੀ ਲੋੜ ਪੈ ਰਹੀ ਹੈ ਕਿ ਹੁਣ ਵੇਲਾ ਆ ਗਿਆ ਹੈ। ਹੁਣ ਆਪਣੇ ਗੁਰੂ ਦੀ ਜਿਹੜੀ ਸ਼ਰਨ ਹੈ ਉੱਥੇ ਜਾਣ ਦੀ ਲੋੜ ਸਾਨੂੰ ਪੈ ਗਈ ਹੈ। ਹੁਣ ਬਹੁਤ ਵਕਤ ਬੀਤ ਚੁੱਕਾ ਹੈ। स्वामी जी महाराज ਸਾਨੂੰ ਸਮਝਾ ਰਹੇ ਹਨ ਕਿ ਇਹ ਜਿਹੜਾ ਜਗ ਹੈ ਇਹਦੇ ਵਿੱਚ ਤੇਰਾ ਕੋਈ ਹੈ ਨਹੀਂ। ਯਾ ਜਗ ਮੇਂ ਕੋਈ ਮੀਤ ਨਾ ਤੇਰਾ। ਹੁਣ ਸਾਨੂੰ ਸਮਝਾ ਰਹੇ ਹਨ, ਸਾਨੂੰ ਚੇਤਾਵਨੀ ਦੇ ਰਹੇ ਹਨ ਕਿ ਸਮੇਂ ਬੀਤਾ ਜਾ ਰਿਹਾ ਹਨ। ਹੁਣ ਸਾਨੂੰ ਜਲਦੀ ਕਰਨ ਦੀ ਲੋੜ ਹੈ। ਗੁਰੂ ਦੀ ਜਿਹੜੀ ਸ਼ਰਨ ਹੈ ਉਹਨੂੰ ਮਜ਼ਬੂਤੀ ਤੋਂ ਥੰਮਣ ਦੀ ਲੋੜ ਹੈ। ਇਹ ਜਿਹੜਾ ਸੰਸਾਰ ਹੈ ਜਿਹਦੇ ਵਿੱਚ ਆਪਾਂ ਸੋਚਦੇ ਹਾਂ ਕਿ ਮੇਰੇ ਇੰਨੇ ਯਾਰ ਮਿੱਤਰ ਹਨ, ਮੇਰੇ ਇੰਨੇ ਮੀਤ ਹਨ, ਮੇਰੇ ਇੰਨੇ ਸੰਗੇ ਸੰਬੰਧੀ ਹਨ, ਇਹ ਤੱਕ ਭਾਈ ਸਿਰਫ ਤੇਰੇ ਸਰੀਰ ਤੱਕ ਸੀਮਿਤ ਹਨ। ਜਿੰਨਾ ਚਿਰ ਤੇਰਾ ਸਰੀਰ ਤੇਰੇ ਕੋਲ ਹੈ, ਇਹ ਸਾਰੀਆਂ ਚੀਜ਼ਾਂ ਤੇਰੇ ਕੋਲ ਹੈ। ਜਿਸ ਦਿਨ ਇਹ ਸਰੀਰ ਛੁੱਟ ਜਾਵੇਗਾ, ਇਹ ਰਿਸ਼ਤੇ ਨਾਤੇ ਵੀ ਛੁੱਟ ਜਾਵਾਂਗੇ। ਮ੍ਰਿਤੂ ਦਾ ਜਦ ਸਮੇਂ ਆਊਗਾ, ਤੇਰੇ ਪ੍ਰਾਣ ਜਿਹੜੇ ਹੈ ਉਹ ਨਿਕਲ ਜਾਣਗੇ। ਫਿਰ ਇਹੀ ਤੇਰੇ ਜਿਹੜੇ ਪ੍ਰਿय ਸੰਬੰਧੀ ਹਨ, ਇਹ ਤੈਨੂੰ ਸਰੀਰ ਨੂੰ ਅਗਨੀ ਦੇ ਹਵਾਲੇ ਕਰ ਦੇਣਗੇ। स्वामी जी महाराज ਸਮਝਾ ਰਹੇ ਹਨ ਕਿ ਕਾਲ ਦੇ ਇਸ ਦੇਸ਼ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਜੋ ਇੱਥੇ ਤੋਂ ਨਹੀਂ ਗਿਆ ਹੈ। ਲੇਕਿਨ ਜੋ ਕੋਈ ਨਾਮ ਦੇ ਸਹਾਰੇ ਇੱਥੇ ਤੋਂ ਜਾਂਦਾ ਹੈ, ਉਹਦੀ ਚੜ੍ਹਾਈ ਹੋ ਜਾਂਦੀ ਹੈ। ਤੇ ਜਿਹੜਾ ਬਿਨਾਂ ਨਾਮ ਤੋਂ ਜਾਂਦਾ ਹੈ, ਬਿਨਾਂ ਗੁਰੂ ਦੀ ਸ਼ਰਨ ਵਿੱਚ ਜਾਏ ਜਾਂਦਾ ਹੈ, ਉਹਦੀ ਭਾਈ ਫਿਰ ਉੱਥੇ ਜਾ ਕੇ ਕਾਲ ਦੇ ਦੇਸ਼ ਦੇ ਵਿੱਚ ਹੀ ਵਾਪਸ ਆਣਾ ਪੈਂਦਾ ਹੈ। ਹੁਣ ਨਾਮ ਦੇ ਆਧਾਰ ਦੀ ਜਿਹੜੀ ਚੀਜ਼ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਖੋ ਚੁੱਕੇ ਹਨ ਕਿ ਸਾਨੂੰ ਗੁਰੂ ਤੋਂ ਕੀ ਯਾਦ ਆਊਗਾ। ਸਾਨੂੰ ਤਾਂ ਆਪਣੇ ਆਪ ਨੂੰ ਹੀ ਭੁੱਲ ਕੇ ਬਹਿ ਗਏ ਹਨ। ਸਾਡੀ ਸਾਰੀ ਜ਼ਿੰਦਗੀ ਮੈਂ ਔਰ ਮੇਰੀ ਦੇ ਵਿੱਚ ਫਸ ਕੇ ਆਪਾਂ ਫਸ ਗਏ ਹਾਂ। ਸਾਰਾ ਦਿਨ ਬਾਹਰ ਦੀਆਂ ਗੱਲਾਂ ਦੇ ਵਿੱਚ, ਸਾਰਾ ਦਿਨ ਭਾਗ ਦੌੜ ਦੇ ਵਿੱਚ ਆਪਾਂ ਫਸੇ ਰਹਿੰਦੇ ਹਾਂ। ਸਾਨੂੰ ਤਾਂ ਇਹ ਵੀ ਖਿਆਲ ਨਹੀਂ ਕਿ ਆਪਾਂ ਨੇ ਕਦ ਚੈਨ ਦੇ ਵਿੱਚ ਬੈਠ ਕੇ ਰੋਟੀ ਖਾਈ ਸੀ, ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਕਦ ਆਪਾਂ ਨੇ ਗੱਲਾਂ ਬਾਤਾਂ ਕੀਤੀ ਸੀ। ਪਰਮਾਤਮਾ ਦੀ ਤਾਂ ਦੂਜੀ ਗੱਲ ਹੈ। ਪਰਮਾਤਮਾ ਨੂੰ ਤਾਂ ਆਪਾਂ ਕੀ ਯਾਦ ਕਰਾਂਗੇ, ਪਹਿਲਾਂ ਤਾਂ ਆਪਣੇ ਆਪ ਨੂੰ ਹੀ ਯਾਦ ਕਰ ਲਿਓ। ਕਿਉਂਕਿ spirituality starts with when you realize yourself. Self realization before God realization.
ਜਿਨ੍ਹਾਂ ਨੇ ਆਪਣੀ ਪਹਿਚਾਨ ਨਹੀਂ ਕੀਤੀ, ਉਸ ਪਰਮਾਤਮਾ ਦੀ, ਉਸ ਗੁਰੂ ਦੀ ਕੀ ਪਹਿਚਾਨ ਕਰਨਗੇ। आज इंसान भाग दौड़ रहा है, आज इंसान ਉਹਨੂੰ ਸਾਰੀਆਂ ਸ਼ਰਨਾਂ ਯਾਦ ਹਨ, ਲੇਕਿਨ ਇੱਕ ਗੁਰੂ ਦੀ ਤੇ ਇੱਕ ਪਰਮਾਤਮਾ ਦੀ ਸ਼ਰਨ ਉਹਨੂੰ ਯਾਦ ਨਹੀਂ ਆਉਂਦੀ। ਇਨਸਾਨ ਆਪਣੇ ਐਂਟਰਟੇਨਮੈਂਟ ਦੇ ਲਈ, ਆਪਣੀ ਸਹੂਲਤ ਦੇ ਲਈ ਸਾਰੀਆਂ ਚੀਜ਼ਾਂ ਕਰਨ ਨੂੰ ਤਿਆਰ ਹੈ, ਲੇਕਿਨ ਉਹਨੂੰ ਪਰਮਾਤਮਾ ਯਾਦ ਨਹੀਂ ਆਉਂਦਾ। ਉਹ ਸਾਡੀ ਹਾਲਤ ਹੋ ਚੁੱਕੀ ਹੈ। ਤਾਂ ਕਰਕੇ ਅਫਸੋਸ ਦੇ ਨਾਲ ਸੰਤਾਂ ਮਹਾਤਮਾ ਨੂੰ ਸਾਡੇ ਸਾਹਮਣੇ ਚੇਤਾਵਨੀ ਰੱਖਣੀ ਪੈਂਦੀ ਹੈ ਕਿ ਭਾਈ ਹੁਣ ਵਕਤ ਬੀਤ ਰਿਹਾ ਹੈ, ਅੱਧਾ ਸਮਾਂ ਜਾ ਚੁੱਕਿਆ ਹੈ, ਅੱਧਾ ਬਚਾ ਹੈ। ਜੇ ਮਾਲਕ ਨੇ ਸਾਡੇ ਉੱਤੇ ਮਿਹਰ ਕੀਤੀ ਹੈ, ਹੁਣ ਸਾਨੂੰ ਕਦਰ ਕਰਨ ਦੀ ਲੋੜ ਹੈ। ਯਾ ਜਗ ਮੇ ਕੋਈ ਮੀਤ ਨਾ ਤੇਰਾ, ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਇੱਕ ਕਹਾਣੀ ਸਾਡੇ ਸਾਹਮਣੇ ਰੱਖਦੇ ਹਨ। ਇੱਕ ਅਮੀਰ ਵਪਾਰੀ ਸੀਗੇ, ਗੁਰੂ ਤੋਂ ਨਾਮਦਾਨ ਮਿਲਿਆ ਹੋਇਆ ਸੀ। ਉਹਨਾਂ ਦੇ ਜਦ ਆਖਰੀ ਵਕਤ ਆਇਆ ਤਾਂ ਸਈਆਂ ਦੇ ਉੱਤੇ ਸੀਗੇ, ਤਾਂ ਆਖਰੀ ਵਕਤ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਕੱਲਾ ਛੱਡ ਦਿਓ, ਮੈਨੂੰ ਕਿਸੇ ਤੋਂ ਕੁਝ ਸਵਾਲ ਪੁੱਛਣੇ ਹਨ। ਤਾਂ ਲੋਕਾਂ ਨੇ ਉਹਨਾਂ ਨੂੰ ਖਾਲੀ ਛੱਡ ਦਿੱਤਾ। ਹੁਣ ਪਹਿਲਾ ਸਵਾਲ ਉਹ ਕਰਦੇ ਹਨ ਆਪਣੇ ਪਹਿਲੇ ਮਿੱਤਰ ਤੋਂ। ਪਹਿਲਾ ਮਿੱਤਰ ਸੀ ਧਨ ਔਰ ਦੌਲਤ। ਧਨ ਔਰ ਦੌਲਤ ਤੋਂ ਪੁੱਛਦੇ ਹਨ ਕਿ ਮੈਂ ਇਸ ਦੁਨੀਆ ਤੋਂ ਜਾ ਰਿਹਾ ਹਾਂ, ਕਿ ਤੂੰ ਮੇਰੇ ਨਾਲ ਚੱਲੇਗੀ। ਧਨ ਦੌਲਤ ਨੇ ਕਿਹਾ ਕਿ ਮੈਂ ਤਾਂ ਤੁਹਾਡੇ ਨਾਲ ਨਹੀਂ ਜਾ ਸਕਦੀ, ਮੈਂ ਤਾਂ ਇੱਥੇ ਹੀ ਰਹੂੰਗੀ, ਮੈਂ ਤਾਂ ਮੈਟਰਲਿਸਟਿਕ ਵਰਲਡ ਦੇ ਵਿੱਚ ਹੈਗੀ ਆ, ਮੈਂ ਤਾਂ ਇੱਥੇ ਹੀ ਰਹੂੰਗੀ, ਮੈਂ ਤਾਂ ਨਹੀਂ ਜਾ ਸਕਦੀ। ਦੂਜਾ ਮਿੱਤਰ ਤੋਂ ਪੁੱਛਿਆ, ਪਰਿਵਾਰ ਸੀਗਾ, ਪਰਿਵਾਰ ਵਾਲਿਆਂ ਤੋਂ ਪੁੱਛਿਆ ਕਿ ਤੁਹਾਡੇ ਵਿੱਚੋਂ ਕੋਈ ਮੇਰੇ ਨਾਲ ਚੱਲੂਗਾ। ਤਬ ਸਾਰੇ ਪਿੱਛੇ ਹਟ ਗਏ, ਕਹਿਣ ਲੱਗੇ ਤੁਹਾਡੀ ਆਈ ਹੈ, ਤੁਸੀਂ ਜਾਣਾ ਹੈ, ਆਪਾਂ ਕਿਉਂ ਜਾਵੇਂ। ਤੀਜਾ ਮਿੱਤਰ ਸੀ ਸਰੀਰ। ਸਰੀਰ ਤੋਂ ਪੁੱਛਿਆ ਕਿ ਤੂੰ ਮੇਰੇ ਨਾਲ ਚੱਲੇਗਾ। ਸਰੀਰ ਨੇ ਕਿਹਾ ਮੈਂ ਤਾਂ ਮਿੱਟੀ ਹਾਂ, ਤੇਰੇ ਜਾਣ ਤੋਂ ਬਾਅਦ ਮੈਨੂੰ ਅੱਗ ਲਾ ਦੇਾਂਗੇ, ਮੈਂ ਤਾਂ ਕਿਤੇ ਨਹੀਂ ਜਾ ਸਕਦਾ। ਤੇ ਚੌਥਾ ਜਿਹੜਾ ਮਿੱਤਰ ਸੀ, ਉਹਨਾਂ ਨੇ ਉਹਨਾਂ ਨੂੰ ਅਣਦੇਖਾ ਨਹੀਂ ਕੀਤਾ। ਜਦੋਂ ਉਹਨਾਂ ਨੇ ਚੌਥੇ ਮਿੱਤਰ ਤੋਂ ਪੁੱਛਿਆ ਕਿ ਤੂੰ ਮੇਰੇ ਨਾਲ ਚੱਲੇਗਾ, ਤਾਂ ਉਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਤੇਰੇ ਨਾਲ ਚੱਲੂੰਗਾ। ਕਿਉਂਕਿ ਉਹ ਕੌਣ ਸੀ? ਉਹ ਗੁਰੂ ਦਾ ਨਾਮ ਸੀ, ਉਹ ਗੁਰੂ ਆਪੇ ਸੀਗਾ। ਉਹਨਾਂ ਨੇ ਕਿਹਾ ਕਿ ਜੇ ਮੈਂ ਤੇਰੀ ਉਂਗਲ ਪਕੜੀ ਹੈ ਤਾਂ ਮੈਂ ਤਾਂ ਜ਼ਰੂਰ ਤੇਰੇ ਨਾਮ ਚੱਲੂੰਗਾ। ਤਾਂ ਕਰਕੇ ਆਂਦਾ ਹੈ, ਰਾਮ ਗਇਓ ਰਾਵਣ ਗਇਓ ਜਾ ਕੋ ਸਗਲ ਪਰਿਵਾਰ, ਨਾਮ ਰਿਓ ਗੋਬਿੰਦ ਰਿਓ ਗੁਰੂ ਗੋਬਿੰਦ। ਕਿ ਇੱਥੇ ਤੋਂ ਸਾਰੀਆਂ ਚੀਜ਼ਾਂ ਚਲੀ ਜਾਣਗੀ, ਲੇਕਿਨ ਇੱਥੇ ਕੌਣ ਰਹੂਗਾ? ਉਹ ਗੁਰੂ ਦਾ ਨਾਮ ਰਹੂਗਾ ਤੇ ਉਸ ਗੁਰੂ ਦੀ ਸ਼ਰਨ ਰਹੂਗੀ। ਉਹ ਸਾਡੇ ਨਾਲ ਜਾ ਸਕਦੀਆਂ ਹਨ, ਬਾਕੀਆਂ ਜਿਹੜੀਆਂ ਚੀਜ਼ਾਂ ਹਨ ਉਹ ਸਾਰੀ ਇੱਥੇ ਦੇ ਇੱਥੇ ਹੀ ਰਹਿ ਜਾਵੇਗੀ। ਹੁਣ ਅਗਲੀ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਚੇਤਨ ਡੋਰੀ ਸ਼ਬਦ ਲਗਾਓ, ਖੁਲੇ ਕਾਟ ਔਰ द्वार, काम क्रोध की चढ़ छूटे, नावो निर्मल निधार। ਹੁਣ ਇਸ ਕੜੀ ਦੇ ਵਿੱਚ ਸਵਾਮੀ ਜੀ ਮਹਾਰਾਜ ਸਾਡੇ ਸਾਹਮਣੇ ਉਹ ਜਿਹੜੀ ਇੰਟਰਨਲ ਪ੍ਰੈਕਟਿਸ ਹੈ, ਜਿਹੜੀ ਨਾਮਦਾਨ ਦੇ ਵਕਤ ਸਾਨੂੰ ਜੁਗਤੀ ਸਮਝਾਈ ਜਾਂਦੀ ਹੈ, ਉਸ ਦਾ ਥੋੜਾ ਜਿਹਾ ਸਾਡੇ ਸਾਹਮਣੇ ਖੋਲ ਕੇ ਰੱਖ ਰਹੇ ਹਨ। ਉਹ ਜਿਹੜੀ ਸਾਧਨਾ ਹੈ ਉਹਨੂੰ ਸਾਡੇ ਸਾਹਮਣੇ ਖੋਲ ਕੇ ਰੱਖ ਰਹੇ ਹਨ। ਆਪ ਜੀ ਕਹਿ ਰਹੇ ਹਨ, ਚੇਤਨ ਡੋਰੀ ਸ਼ਬਦ ਲਗਾਓ, ਖੁੱਲੇ ਕਾਟ ਔਰ द्वार, काम क्रोध की कीचड़ छूटे, नावो निर्मल विधार। ਆਪ ਜੀ ਕਹਿ ਰਹੇ ਹਨ ਕਿ ਇਹ ਜਿਹੜਾ ਸਰੀਰ ਹੈ, ਇਹ 9 ਦੁਆਰੋਂ ਦੇ ਨਾਲ ਪਾਰ, ਇਹਦਾ ਜਿਹੜਾ ਖਿਆਲ ਹੈ ਉਹ ਪਾਰ ਦੀ ਤਰਫ ਫੈਲਦਾ ਹੈ। ਉਹਨਾਂ ਵਿੱਚੋਂ ਅੱਖ ਹੈ, ਅੱਖ ਦੇ 2 ਹਿੱਸੇ ਹੋ ਗਏ, ਕੰਨ ਦੇ 2 ਹਿੱਸੇ ਹੋ ਗਏ, ਨਾਕ ਦੇ 2 ਨਥੂਨੇ ਹੋ ਗਏ ਤੇ ਮਲ ਦੁਆਰ ਦੇ 2 ਹਿੱਸੇ ਹੋ ਗਏ। ਤਾਂ ਕਰਕੇ ਪੂਰਾ 9 ਦੁਆਰਾਂ ਦਾ ਵਿੱਚ ਇਹ ਜਿਹੜਾ ਸਾਡਾ ਖਿਆਲ ਹੈ ਇਹ ਬਾਹਰ ਫੈਲਦਾ ਹੈ। ਲੇਕਿਨ ਇਹ ਜਿਹੜਾ 10ਵਾਂ ਦੁਆਰ ਹੈ, ਜਿਹੜਾ ਉੱਪਰ ਅੱਖਾਂ ਦੀ ਤਰਫ, ਅੱਖਾਂ ਦੇ ਵਿੱਚ ਇੱਥੇ
ਦੋ ਅੱਖਾਂ ਦੇ ਵਿੱਚ ਖੁੱਲਦਾ ਹੈ, ਉਹਨੂੰ 10ਵਾਂ ਦੁਆਰ ਕਹਿੰਦੇ ਹਨ। ਤਾਂ ਆਪ ਜੀ ਕਹਿ ਰਹੇ ਹਨ ਚੇਤਨ ਡੋਰੀ। ਚੇਤਨ ਡੋਰੀ ਕਹਿੰਦੇ ਹਾਂ ਆਤਮਾ ਤੇ ਪਰਮਾਤਮਾ ਦੇ ਵਿੱਚ ਦਾ ਉਹ ਸੂਖਸ਼ਮ ਚੇਤਨ ਜਿਹੜਾ ਤਾਰ ਹੈ, ਉਹਨੂੰ ਸੁਰਤ ਕੀ ਡੋਰੀ ਵੀ ਕਹਾ ਜਾਂਦਾ ਹੈ। ਉਹਨੂੰ ਕਹਿੰਦੇ ਹਾਂ ਚੇਤਨ ਡੋਰੀ। ਸ਼ਬਦ ਲਗਾਓ, ਸ਼ਬਦ ਲਗਾਓ ਕਹਿੰਦੇ ਆ ਜਦ ਸਾਧਕ ਆਪਣੀ ਸੁਰਤ ਨੂੰ ਸ਼ਬਦ ਧੁਨਾਤਮਕ ਨਾਮ ਦੇ ਨਾਲ ਜੋੜਦਾ ਹੈ ਤਾਂ ਜਿਹੜੀ ਉਹ ਡੋਰੀ ਹੈ ਉਹ ਉੱਪਰ ਦੀ ਤਰਫ ਖਿੱਚਣੀ ਸ਼ੁਰੂ ਹੋ ਜਾਂਦੀ ਹੈ। ਫਿਰ ਕਹਿ ਰਹੇ ਹਨ ਖੁੱਲੇ ਘਾਟ ਔਰ द्वार। फिर कह रहे हैं जैसे जैसे एक साधक भजन सिमरन करता है, अपना अभ्यास ਨੂੰ ਵਧਾਉਂਦਾ ਹੈ, ਫਿਰ ਜਿਹੜਾ ਆਂਤਰਿਕ ਘਾਟ ਹੈ, ਉਹ ਜਿਹੜਾ ਤਿਰਥ ਹੈ ਤੇ ਜਿਹੜਾ ਉਹ द्वार ਹੈ, ਜਿਹੜਾ ਉਹ ਇਨਰ ਗੇਟਵੇ ਹੈ, ਉਹ ਖੁੱਲਣ ਲੱਗ ਜਾਂਦਾ ਹੈ। ਫਿਰ ਕਹਿ ਰਹੇ ਹਨ ਕਾਮ ਕ੍ਰੋਧ ਕੀ ਕੀਚੜ। ਕਹਿ ਰਹੇ ਹਨ ਸੰਸਾਰ ਦੇ ਵਿੱਚ ਰਹਿੰਦੇ ਹੋਏ ਜਿਹੜੀ ਸਾਡੇ ਮਨ ਦੇ ਵਿੱਚ ਇਹ ਕਾਮ ਕ੍ਰੋਧ ਲੋਭ ਔਰ ਮੋਹ ਦੀ ਜਿਹੜੀ ਕੀਚੜ ਲੱਗ ਗਈ ਹੈ, ਇਹ ਧੀਰੇ ਧੀਰੇ ਜਿਹੜਾ ਨਾਮ ਦਾ ਸਾਬਣ ਹੈ ਉਹ ਇਸ ਮੈਲ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇ ਆਖਰੀ ਦੇ ਵਿੱਚ ਕਹਿ ਰਹੇ ਹਨ ਨਿਰਮਲ ਲਿਧਾਰ। ਲਿਧਾਰ ਦਾ ਅਰਥ ਹੈ ਧਾਰਾ। ਜਦ ਆਤਮਾ ਨਾਮ ਕੀ ਨਿਰਮਲ ਅੰਮ੍ਰਿਤ ਧਾਰਾ ਦੇ ਵਿੱਚ ਇਸ਼ਨਾਨ ਕਰਦੀ ਹੈ ਤਾਂ ਵह ਪਵਿੱਤਰ ਬਣ ਜਾਂਦੀ ਹੈ। ਉਹ ਮਾਨਸਰੋਵਰ ਦੇ ਇਸ਼ਨਾਨ ਜਿਹੋ ਜਿਹਾ ਹੋ ਜਾਂਦਾ ਹੈ ਜਿੱਥੇ ਪਹੁੰਚ ਕੇ ਕੋਆ ਮੈਲਾ ਮਨ ਹੰਸ ਨਿਰਮਲ ਬਣ ਜਾਂਦਾ ਹੈ। ਪੂਰੀ ਅਵਸਥਾ ਸਾਡੇ ਸਾਹਮਣੇ ਰੱਖ ਰਹੇ ਹਨ। ਮਹਾਰਾਜ ਜੀ ਸਮਝਾਉਂਦੇ ਹੁੰਦੇ ਸੀ ਇਫ ਦਾ ਆਈ ਬੀ ਸਿੰਗਲ ਦਾ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਜੇ ਆਪਾਂ ਇੱਕ ਅੱਖ ਵਾਲੇ ਬਣ ਜਾਵਾਂਗੇ ਉਹ ਸਾਡਾ ਸਾਰਾ ਜਿਸਮ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਹੁਣ ਹੋਵੇਗਾ ਕਿਵੇਂ? ਸਾਡੇ ਅਭਿਆਸ ਦੇ ਨਾਲ। ਦੇਖੋ ਇਨਸਾਨ ਅੱਜ ਜਿਹੜੀ ਸਥਿਤੀ ਦੇ ਵਿੱਚ ਰਹਿ ਰਿਹਾ ਹੈ, ਆਪਾਂ ਸਮਝ ਸਕਦੇ ਹਾਂ ਕਿ ਬਹੁਤ ਸਾਰੇ ਡਿਸਟਰੈਕਸ਼ਨ ਸਾਡੇ ਸਾਹਮਣੇ ਹੈ ਤੇ ਇਹ ਜਿਹੜੀਆਂ ਟੈਕਨੀਕਲ ਗੈਜਟ ਸਾਡੇ ਹੱਥਾਂ ਦੇ ਵਿੱਚ ਆ ਗਏ ਹਨ, ਮੋਬਾਈਲ ਫੋਨ ਹੋਵੇ ਤੇ ਉਹਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਹੋਵੇ, ਇਹਨਾਂ ਨੇ ਸਾਡੇ ਦਿਮਾਗ ਨੂੰ ਪੂਰੀ ਤਰੀਕੇ ਦੇ ਨਾਲ ਐਗਜ਼ੌਸਟ ਕਰ ਦਿੱਤਾ ਹੈ। ਲੇਕਿਨ ਇਨਸਾਨ ਦੇ ਅੰਦਰ ਉਹ ਮਾਲਕ ਨੇ ਵਿਵੇਕ ਦੀ ਤਾਕਤ ਵੀ ਦਿੱਤੀ ਹੈ। ਜੇ ਆਪਾਂ ਹਰ ਚੀਜ਼ ਦੇ ਵਿੱਚ ਉਹ ਬੈਲੈਂਸ ਬਣਾਉਂਦੇ ਹੋਏ ਹਰ ਚੀਜ਼ ਨੂੰ ਵਕਤ ਦੇਵਾਂਗੇ ਤੇ ਆਪਣੇ ਭਜਨ ਸਿਮਰਨ ਨੂੰ ਪ੍ਰਾਇੋਰਟੀ ਦੇਵਾਂਗੇ ਤਾਂ ਭਾਈ ਉਹ ਕੰਸੈਂਟਰੇਸ਼ਨ ਆਪਾਂ ਜ਼ਰੂਰ ਬਣਾ ਪਾਵਾਂਗੇ। ਤੇ ਜਿਹੜੀਆਂ ਸਾਡੀਆਂ ਸ਼ਿਕਾਇਤਾਂ ਹਨ ਨਾ, ਜੇ ਸਾਡਾ ਧਿਆਨ ਨਹੀਂ ਲੱਗਦਾ, ਸਾਡਾ ਉੱਥੇ ਸਾਨੂੰ ਪਹੁੰਚਣ ਦੀ ਤਾਕਤ ਨਹੀਂ ਮਿਲਦੀ, ਭਾਈ ਤੁਸੀਂ ਇੱਕ ਗੱਲ ਦੱਸੋ, ਜੇ ਤੁਹਾਡੇ ਕਟੋਰੇ ਦੇ ਵਿੱਚ ਕਿਸੇ ਨੇ ਦੁੱਧ ਪਾਣਾ ਹੋਵੇ, ਜੇ ਉਸ ਕਟੋਰੇ ਦੇ ਵਿੱਚ ਪਹਿਲਾਂ ਹੀ ਤੁਸੀਂ ਪਾਣੀ ਭਰ ਕੇ ਰੱਖਿਆ ਹੋਇਆ ਹੈ ਤਾਂ ਭਾਈ ਕੀ ਤੁਹਾਡਾ ਕਟੋਰੇ ਦੇ ਵਿੱਚ ਦੁੱਧ ਆ ਸਕਦਾ ਹੈ? ਜੇ ਉਹ ਦੁੱਧ ਆਵੇਗਾ ਵੀ ਉਹ ਵੀ ਪਾਣੀ ਬਣ ਜਾਵੇਗਾ। ਪਹਿਲਾ ਉਹ ਕਟੋਰਾ ਖਾਲੀ ਕਰਨਾ ਪੈਣਾ ਹੈ। ਜਿਹੜਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਇੰਨੀ ਟੈਨਸ਼ਨ, ਇੰਨਾ ਡਿਪਰੈਸ਼ਨ, ਇੰਨੀ ਐਂਜ਼ਾਈਟੀ ਲੈ ਕੇ ਬੈਠੇ ਹੋ ਨਾ, ਇਹਨਾਂ ਦੇ ਨਾਲ ਨਹੀਂ ਕੁਝ ਬਣਨ ਲੱਗਾ। ਤੁਸੀਂ ਕੀ ਸੋਚਦੇ ਹੋ? ਤੁਸੀਂ ਕਿਹੜੀ ਚੀਜ਼ ਦੀ ਪਲੈਨਿੰਗ ਕਰ ਰਹੇ ਹੋ? ਆਪਣੇ ਆਲੇ ਦੁਆਲੇ ਦੇਖੋ, ਲੋਕੀ ਆਪਣੀ ਜਾਨ ਤੱਕ ਗਵਾ ਰਹੇ ਹਨ। ਇੱਕ ਮਿਸਾਈਲ ਉਹਨਾਂ ਦੇ ਉੱਤੇ ਆ ਜਾਂਦੀ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕੱਲ ਦਾ ਸੂਰਜ ਆਪਾਂ ਵੇਖਾਂਗੇ ਕਿ ਨਹੀਂ ਵੇਖਾਂਗੇ। ਆਪਾਂ ਨੇਬਰਿੰਗ ਕੰਟਰੀਜ਼ ਦੇ ਵਿੱਚ ਵੇਖੀਏ, ਆਪਾਂ ਗਲਫ ਕੰਟਰੀਜ਼ ਦੇ ਵਿੱਚ ਦੇਖੀਏ, what kind of devastating situation they are suffering from. Even they are not realize what gonna happen tomorrow. ਉਹ ਇਹ ਨਹੀਂ ਜਾਣਦੇ ਕਿ ਕੱਲ ਕੀ ਹੋਣ ਵਾਲਾ ਹੈ। ਆਪਾਂ ਨੂੰ ਮਾਲਿਕ ਨੇ ਉਹ ਤਾਕਤ ਦਿੱਤੀ ਹੈ, ਆਪਾਂ ਫਿਰ ਵੀ ਉਹਦੀ ਕਦਰ ਨਹੀਂ ਕਰ ਰਹੇ। ਕਾਹਦੇ ਪਿੱਛੇ ਆਪਾਂ ਇਹਨਾਂ ਲੱਗੇ ਹੋਏ ਹਨ? ਭਾਈ ਆਪਣੇ ਬਾਰੇ ਵੀ ਸੋਚਣ ਦੀ ਲੋੜ ਹੈ। ਜੇ ਆਪਾਂ ਨੂੰ ਮਾਲਕ ਹੀ ਨਹੀਂ ਯਾਦ ਹੈ, ਭਾਵੇਂ ਕਿਸ ਚੀਜ਼ ਦੀ। ਵੱਡੇ ਵੱਡੇ ਡਿਕਟੇਟਰ ਜਿਨ੍ਹਾਂ ਦੇ ਕੋਲ ਵੱਡੀ ਵੱਡੀ ਗੱਡੀਆਂ ਸੀ, ਵੱਡੇ ਵੱਡੇ ਮਹਿਲਾਂ ਦੇ ਵਿੱਚ ਰਹਿੰਦੇ ਸੀ, ਅੱਜ ਉਹਨਾਂ ਦੀ ਲਾਸ਼ ਉੱਥੇ ਮਿਲ ਰਹੀ ਹੈ। ਆਪਾਂ ਨੂੰ ਸਮਝਣ ਦੀ ਲੋੜ ਹੈ ਆਪਾਂ ਕਿਸ ਪਾਸੇ ਤੁਰ ਪਏ। ਠੀਕ ਹੈ, ਇਨਸਾਨ ਨੂੰ ਆਪਣੇ ਜੋਗਾ ਕਮਾਉਣਾ ਚਾਹੀਦਾ ਹੈ, ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ, ਲੇਕਿਨ ਭਾਈ ਕਿਸੇ ਵਕਤ ਵਾਪਸ ਵੀ ਤਾਂ ਆਉਣਾ ਚਾਹੀਦਾ ਹੈ। ਜਿਸ ਮਾਲਕ ਨੇ ਸਾਰਾ ਕੁਝ ਸਾਨੂੰ ਦਿੱਤਾ ਹੈ, ਆਪਾਂ ਉਹਨੂੰ ਹੀ ਭੁੱਲ ਕੇ ਬਹਿ ਗਏ। ਜਿਹੜਾ ਨਾਮਦਾਨ ਦੇ ਵਕਤ ਆਪਾਂ ਨੇ ਵਾਅਦਾ ਕੀਤੇ ਸੀ, ਜਿਹੜੇ ਪਰਮਾਤਮਾ ਦੇ ਦਰ ਦੇ ਵਿੱਚ ਆਪਾਂ ਆਏ ਸੀ, ਆਪਾਂ ਨੇ ਕਿਹਾ ਸੀ ਬਈ ਆਪਾਂ ਨੂੰ ਮਾਲਕ ਨੇ ਮਿਲਣਾ ਹੈ, ਅੱਜ ਆਪਾਂ ਸਾਰਾ ਕੁਝ ਭੁੱਲ ਕੇ ਬਹਿ ਗਏ। ਆ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਐਂਟਰਟੇਨਮੈਂਟ ਤੇ ਇੱਕ ਮੇਲੇ ਦੀ ਤਰ੍ਹਾਂ ਹੋ ਗਈਆਂ ਹਨ। ਸਾਨੂੰ ਸਮਝਣ ਦੀ ਲੋੜ ਹੈ। ਉਹ ਸਾਡੇ ਸਾਹਮਣੇ ਰੱਖ ਰਹੇ ਹਨ ਕਿ ਭਾਈ चेतन डोरी शब्द लगाओ, खुले घाट और द्वार, काम क्रोध की कीचड़ छूटे, ना वो निर्मल निधार।
ਕਿ ਉਹ ਨਾਮ ਹੀ ਸਾਨੂੰ ਅੱਗੇ ਲੈ ਕੇ ਜਾ ਸਕਦਾ ਹੈ, ਬਾਕੀਆਂ ਸਾਰੀਆਂ ਚੀਜ਼ਾਂ ਨੇ ਫਨਾ ਹੋ ਜਾਣਾ ਹੈ। ਇਹ ਸਰੀਰ ਵੀ ਚਲਾ ਜਾਊਗਾ, ਇਹ ਲੋग ਵੀ ਚਲੇ ਜਾਣਗੇ, ਇਹ ਥॉट्स प्रोसेस सब कुछ चला जाऊगा। अपनी जिंदगी ਨੂੰ ਸਵਾਰਨ ਦਾ ਉਹ ਮਾਲਕ ਨੇ ਮੌਕਾ ਦਿੱਤਾ ਹੈ, ਉਹ ਨਾਮ ਦਾਨ ਦਿੱਤਾ ਹੈ। ਹੁਣ ਅਗਲੀ ਕੜੀ ਦੇ ਵੀ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। गगन मंडल में अनहद बाजे, सुन सुन करो आधार, बिना संत कोई अंत न पावे, चलो संत की लार। ਹੁਣ ਇਸ ਕੜੀ ਦੇ ਵਿੱਚ ਜਦ ਸਾਧਕ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਮਾਲਕ ਦੇ ਨਾਲ ਉਹਦੀ ਲਿਵ ਲੱਗ ਜਾਂਦੀ ਹੈ, ਫਿਰ ਉਹਦਾ ਰੂਹਾਨੀ ਸਫ਼ਰ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ। ਇੱਥੇ ਇਸ ਪਦ ਦੇ ਵਿੱਚ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਗगन मंडल में अनहद बाजे, सुन सुन करो आधार, बिना संत कोई अंत ना पावे, चलो संत की लार। ਹੁਣ ਇੱਥੇ ਸਾਡੇ ਸਾਹਮਣੇ ਉਹ ਜਿਹੜੀਆਂ ਰੂਹਾਨੀਆਂ ਮੰਜ਼ਿਲ ਹਨ ਉਹਨਾਂ ਦਾ ਵਰਣਨ ਸਾਡੇ ਸਾਹਮਣੇ ਰੱਖ ਰਹੇ ਹਨ। ਗगन ਮੰਡਲ ਕਿਹੜਾ ਸਥਾਨ ਹੈ? ਗगन ਮੰਡਲ ਜਿੱਥੇ ਉਹ ਬ੍ਰਹਮਾਂਡ ਦੀ ਜਿਹੜੀਆਂ ਸੂਖਸ਼ਮ ਧੁਨੀਆਂ ਸ਼ੁਰੂ ਹੋ ਜਾਂਦੀ ਹੈ। ਆਪ ਕਹਿ ਰਹੇ ਹਨ ਅਨਹਦ ਬਾਜੇ, ਜਿੱਥੇ ਨਾ ਬਿਨਾ ਕਿਸੇ ਸਾਜ਼ ਤੋਂ ਇੱਕ ਜਿਹੜਾ ਦਿਵਯ ਸੰਗੀਤ ਹੈ, ਅਨਸਟਰਕ ਸਾਊਂਡ, ਉਹ ਗੂੰਜ ਰਿਹਾ ਹੈ ਤੇ 24 ਘੰਟੇ ਗੂੰਜ ਰਿਹਾ ਹੈ। ਆਪ ਜੀ ਕਹਿ ਰਹੇ ਹਨ ਉਹ ਸੰਗੀਤ ਨੂੰ ਸੁਣਨ ਦੀ ਲੋੜ ਹੈ, ਕਿਉਂਕਿ ਉਹੀ ਸਾਡੀ ਅਸਲ ਘਰ ਜਾਣ ਦਾ ਰਸਤਾ ਹੈ, ਸਿਗਨਲ ਹੈ। ਤਾਂ ਕਰਕੇ ਆਪ ਜੀ ਨੇ ਤੁਲਸੀ ਸਾਹਿਬ ਨੇ ਕਿਹਾ ਸੀ, ਆ ਰਹੀ ਤੁਰ ਸੇ ਸਦਾ ਤੇਰੇ ਬੁਲਾਨੇ ਕੇ लिए, ਕਿ ਉਸ ਘਰ ਤੋਂ ਉਹ ਜਿਹੜੀ ਆਵਾਜ਼ ਹੈ ਉਹ ਆ ਰਹੀ ਹੈ। ਦੇਖੋ ਜਦ ਬੱਚਾ ਆਪਣੀ ਮਾਂ ਤੋਂ ਦੂਰ ਚਲਾ ਜਾਂਦਾ ਹੈ, ਜਦ ਮਾਂ ਉਹਨੂੰ ਆਵਾਜ਼ ਮਾਰਦੀ ਹੈ, ਬੱਚਾ ਕਿਵੇਂ ਖਿੱਚ ਕੇ ਆਪਣੀ ਮਾਂ ਦੇ ਕੋਲ ਆ ਜਾਂਦਾ ਹੈ। ਉਸ ਤਰੀਕੇ ਦੇ ਨਾਲ ਹੀ ਉਹ ਪਰਮਪਿਤਾ ਪਰਮੇਸ਼ਵਰ ਜਿਹੜਾ ਹੈ ਉਹ ਸਾਨੂੰ ਆਵਾਜ਼ਾਂ ਮਾਰ ਰਹਾ ਹੈ, ਲੇਕਿਨ ਆਪਾਂ ਆਪਣਾ ਮੁਖ ਜਿਹੜਾ ਹੈ ਉਹ ਉਹਦੇ ਤਰਫ ਕਰ ਹੀ ਨਹੀਂ ਰਹੇ। ਆਪਾਂ ਤਾਂ ਭਾਈ ਆਪਣੀ ਜਿਹੜਾ ਮੁਖ ਹੈ ਉਹ ਦੁਨੀਆ ਦੀ ਤਰਫ ਕਰਕੇ ਤੇ ਆਪਣੇ ਕੰਨਾਂ ਨੂੰ ਬੰਦ ਕਰਕੇ ਬੈਠ ਗਏ ਹਨ ਕਿ ਭਾਈ ਆਪਾਂ ਨੇ ਸਾਰੀਆਂ ਸ਼ੋਰ ਸੁਣ ਲੈਣਾ ਹੈ, ਲੇਕਿਨ ਮਾਲਕ ਦੀ ਆਵਾਜ਼ ਨਹੀਂ ਸੁਣਨੀ। ਇਹ ਸਾਡੀ ਅੱਜ ਹਸਤੀ ਹੋ ਗਈ ਹੈ। ਲੇਕਿਨ ਫਿਰ ਵੀ ਸੰਤ ਮਹਾਤਮਾ ਕਹਿ ਰਹੇ ਹਨ, ਭਾਈ ਤੇਰਾ ਅਸਲ ਘਰ ਉਹੀ ਹੈ ਜਿੱਥੇ ਤੋਂ ਉਹ ਆਵਾਜ਼ ਆ ਰਹੀ ਹੈ। ਉਸ ਧੁਨ ਨੂੰ ਸੁਣ ਕੇ ਆਤਮਾ ਆਪਣੀ ਸ਼ਕਤੀ ਦੀ ਪਹਿਚਾਨ ਕਰਦੀ ਹੈ ਤੇ ਉੱਚੀਆਂ ਮੰਡਲਾਂ ਦੇ ਉੱਤੇ ਚੜ੍ਹਦੀ ਚਲੀ ਜਾਂਦੀ ਹੈ। ਫਿਰ ਅੱਗੇ ਕਹਿ ਰਹੇ ਹਨ, ਬਿਨਾ ਸੰਤ ਕੋਈ ਅੰਤ ਨਾ ਪਾਵੇ, ਚਲੋ ਸੰਤ ਕੀ ਲਾਰ। ਫਿਰ ਆਪ ਜੀ ਕਹਿ ਰਹੇ ਹਨ ਕਿ ਜਿਹੜੀਆਂ ਚੀਜ਼ਾਂ ਹਨ ਇਹ ਇਨਸਾਨ ਦੇ ਕੈਪੈਬਿਲਿਟੀ ਦੇ ਵਿੱਚ ਨਹੀਂ ਹੈ। ਇਨਸਾਨ ਇਹਨਾਂ ਚੀਜ਼ਾਂ ਨੂੰ ਆਪਣੇ ਉੱਤੇ ਨਹੀਂ ਪਾ ਸਕਦਾ। ਜੇ ਇਨਸਾਨ ਸੋਚਦਾ ਹੈ ਕਿ ਮੇਰੇ ਕਰਨ ਦੇ ਨਾਲ ਹੋ ਜਾਵੇਗਾ, ਨਹੀਂ ਹੋਣ ਲੱਗਾ, ਇਨਸਾਨ ਭਟਕ ਜਾਊਗਾ। ਤਾਂ ਕਹਿ ਰਹੇ ਹਨ ਕਿ ਜਦ ਉਹ ਸੱਚਾ ਗੁਰੂ ਸਾਨੂੰ ਮਿਲਦਾ ਹੈ ਤੇ ਪੂਰਨ ਸੰਤ ਸਤਿਗੁਰੂ ਦੇ ਨਾਲ ਆਪਾਂ ਜੁੜਦੇ ਹਨ, ਉਹ ਸਾਨੂੰ ਇਸ ਭੁੱਲ ਭੁਲਈਆ ਤੋਂ ਕੱਢ ਕੇ ਉਸ ਰੂਹਾਨੀ ਮਾਰਗ ਤੱਕ ਲੈ ਕੇ ਚਲੇ ਜਾਂਦਾ ਹੈ, ਜਿੱਥੇ ਉਹ ਜਿਹੜੀ ਕਾਲ ਦੀਆਂ ਸ਼ਕਤੀਆਂ ਹਨ ਉਹ ਫਿਰ ਅਸਰ ਨਹੀਂ ਕਰਦੀ। ਉਹਨਾਂ ਦਾ ਜਿਹੜਾ ਜਾਲ ਹੈ ਫਿਰ ਉਹ ਸਾਡੇ ਉੱਤੇ ਅਸਰ ਨਹੀਂ ਕਰਦਾ। ਉਹ ਸਤਿਗੁਰ ਸਾਨੂੰ ਲੀਡ ਕਰਦਾ ਹੈ, ਸਾਡੇ ਸਾਹਮਣੇ ਉਹ ਸਾਡਾ ਪ੍ਰੋਟੈਕਸ਼ਨ ਬਣ ਕੇ ਆਂਦਾ ਹੈ ਤੇ ਜਿੰਨੇ ਵੀ ਜਾਲ ਹੈ ਉਹਨਾਂ ਨੂੰ ਕੱਟ ਕੇ ਸਾਨੂੰ ਉਸ ਰੂਹਾਨੀ ਮੰਡਲ ਦੀ ਤਰਫ ਲੈ ਕੇ ਚਲਾ ਜਾਂਦਾ ਹੈ। ਉਸ ਗੁਰੂ ਦੇ ਪਾਸ ਉਹਨਾਂ ਦਾ ਉਹ ਨਕਸ਼ਾ ਹੁੰਦਾ ਹੈ, ਉਹ ਬਲੂ ਪ੍ਰਿੰਟ ਹੁੰਦਾ ਹੈ, ਉਹ ਸੱਚਾ ਗਾਈਡ ਹੁੰਦਾ ਹੈ ਜੋ ਸਾਨੂੰ ਉੱਥੇ ਲੈ ਕੇ ਚਲਾ ਜਾਂਦਾ ਹੈ। ਬਿਨਾਂ ਸੰਤ ਤੋਂ ਨਾ ਕੋਈ ਕਦੇ ਉੱਥੇ ਪਹੁੰਚ ਪਾਇਆ ਹੈ ਨਾ ਪਹੁੰਚ ਪਾਵੇਗਾ। ਫਿਰ ਆਪ ਜੀ ਕਹਿ ਰਹੇ ਹਨ, ਚਲੋ ਸੰਤ ਕੀ ਲਾਰ। ਲਾਰ ਦਾ ਅਰਥ ਹੈ ਉਹਨਾਂ ਦੇ ਪਿੱਛੇ ਪਿੱਛੇ। ਪਿੱਛੇ ਦਾ ਮਤਲਬ ਇਹ ਨਹੀਂ ਕਿ ਆਪਾਂ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਈਏ, ਕਿਉਂਕਿ ਇਨਸਾਨ ਕਮਜ਼ੋਰ ਹੈ, ਸ਼ਬਦਾਂ ਨੂੰ ਆਪਣੇ ਤਰੀਕੇ ਦੇ ਨਾਲ ਤੋੜਦਾ ਹੈ। ਆਪ ਜੀ ਕਹਿ ਰਹੇ ਹਨ ਪਿੱਛੇ ਚੱਲਣੇ ਦਾ ਮਤਲਬ ਹੈ ਉਹਨਾਂ ਦੀ ਟੀਚਿੰਗ ਦੇ ਉੱਤੇ ਧਿਆਨ ਦੇਣਾ, ਉਹਨਾਂ ਨੇ ਜਿਹੜੇ ਸਾਨੂੰ ਕੁਝ ਸਿਖਾਇਆ ਹੈ
ਉਸ ਚੀਜ਼ ਨੂੰ ਆਪਣੇ ਉੱਤੇ ਅਮਲ ਦੇ ਉੱਤੇ ਲਾਣਾ ਤੇ ਉਹਦੇ ਪਿੱਛੇ ਚੱਲਣਾ। ਜਦ ਆਪਾਂ ਸੰਤਾਂ ਦੀ ਜਿਹੜੀਆਂ ਆਗਿਆ ਹਨ, ਜਿਹੜਾ ਉਹ ਟੀਚਿੰਗ ਹਨ, ਉਹਨਾਂ ਨੂੰ ਅਮਲ ਦੇ ਉੱਤੇ ਲਾਉਂਦੇ ਹਨ, ਫਿਰ ਜਾ ਕੇ ਆਪਾਂ ਉਸ ਲੈਵਲ ਦੇ ਉੱਤੇ ਪਹੁੰਚਦੇ ਹਾਂ। ਲੇਕਿਨ ਅੱਜ ਆਪਾਂ ਸਿਰਫ ਬਾਹਰ ਮੁਖੀਆਂ ਚੀਜ਼ਾਂ ਦੇ ਉੱਤੇ ਫਸੇ ਹੋਏ ਹਨ। ਤੁਸੀਂ ਸੋਚੋ, ਆਪਾਂ ਬੜੇ ਕਹਿ ਦਿੰਦੇ ਆ ਜੀ ਆਪਾਂ ਆਪਣੇ ਗੁਰੂ ਤੋਂ ਵੱਡਾ ਪਿਆਰ ਕਰਦੇ ਹਾਂ। ਠੀਕ ਹੈ ਜੀ, ਮੰਨ ਲੈਂਦੇ ਆ ਗੁਰੂ ਤੋਂ ਵੱਡਾ ਪਿਆਰ ਕਰਦੇ ਹਾਂ, ਸਾਨੂੰ ਹੰਝੂ ਵੀ ਆ ਜਾਂਦੇ हैं ਜੀ ਜਦ ਆਪਾਂ ਦਰਸ਼ਨ ਕਰਦੇ ਹਾਂ, ਬਹੁਤ ਚੰਗੀ ਗੱਲ ਹੈ। ਪਿਆਰ ਵੀ ਆ ਜਾਂਦਾ ਹੈ, ਠੀਕ ਹੈ, ਕੋਈ ਵਿਰਲਾ ਰੋਂਦਾ ਵੀ ਹੈ। ਲੇਕਿਨ ਭਾਈ ਤੁਸੀਂ ਸੋਚੋ, ਕੋਈ ਬੱਚਾ ਸਕੂਲ ਜਾਵੇ, ਆਪਣੇ ਟੀਚਰ ਨੂੰ ਵੇਖ ਕੇ ਰੋਵੇ, ਉਹਨਾਂ ਦੇ ਪੈਰ ਛੂਵੇ, ਸਾਰਾ ਕੁਝ ਕਰੇ, ਲੇਕਿਨ ਟੀਚਰ ਜੇ ਉਹਨੂੰ ਕੋਈ ਆਗਿਆ ਦਿੰਦਾ ਹੈ ਉਸ ਆਗਿਆ ਨੂੰ ਹੀ ਨਾ ਮੰਨੇ, ਉਸ ਦੇ ਦਿੱਤੇ ਹੋਏ ਹੋਮਵਰਕ ਨੂੰ ਹੀ ਨਾ ਕਰੇ, ਤਾਂ ਕੀ ਕਦੇ ਮਾਸਟਰ ਖੁਸ਼ ਹੋ ਪਾਵੇਗਾ? ਕਦੇ ਨਹੀਂ ਹੋ ਸਕਦਾ। ਬਾਬਾ ਜੀ ਨੇ ਕਈ ਵਾਰੀ ਕੋਠੀ ਦੇ ਵਿੱਚ ਵੀ ਤੇ ਸਤਸੰਗਾਂ ਦੇ ਵਿੱਚ ਵੀ ਇਹੀ ਚੀਜ਼ ਕਹੀ ਹੈ ਕਿ ਮੇਰੀ ਖੁਸ਼ੀ ਭਜਨ ਸਿਮਰਨ ਦੇ ਵਿੱਚ ਹੈ, ਮੇਰੀ ਮੁਸਕਾਨ ਭਜਨ ਸਿਮਰਨ ਦੇ ਵਿੱਚ ਹੈ। ਜਦ ਮੇਰੇ ਬੱਚੇ ਮੇਰਾ ਭਜਨ ਸਿਮਰਨ ਕਰਦੇ ਹਨ, ਉਸ ਵੇਲੇ ਮੁਝੇ ਇੰਨੀ ਖੁਸ਼ੀ ਹੁੰਦੀ ਹੈ ਕਿ ਮੈਂ ਬਤਾ ਨਹੀਂ ਸਕਦਾ। ਇਹ ਬਾਬਾ ਜੀ ਦੇ ਲਫ਼ਜ਼ ਨੇ। ਤੇ ਭਾਈ ਸਾਨੂੰ ਆਪਣੇ ਗੁਰੂ ਦੀ ਜੇ ਖੁਸ਼ੀ ਪਾਣੀ ਹੈ ਤਾਂ ਭਾਈ ਉਹ ਭਜਨ ਸਿਮਰਨ ਕਰਕੇ ਵਿਖਾਣਾ ਹੈ। ਠੀਕ ਹੈ, ਪਿਆਰ ਦੇ ਵਿੱਚ ਆਪਾਂ ਆਪਣੇ ਗੁਰੂ ਨੂੰ ਦੇਖਦੇ ਹਾਂ, ਜ਼ਰੂਰ ਦੇਖਣਾ ਚਾਹੀਦਾ ਹੈ, ਕੋਈ ਹਰਜ ਨਹੀਂ ਹੈ, ਸਾਡਾ ਗੁਰੂ ਹੈ, ਆਪਣੇ ਗੁਰੂ ਦੇ ਦਰਸ਼ਨ ਹੋ ਜਾਈਏ, ਬਹੁਤ ਵੱਡੀ ਗੱਲ ਹੈ। ਲੇਕਿਨ ਭਾਈ ਨਾਲ ਦੇ ਨਾਲ ਉਹਨਾਂ ਦਾ ਜਿਹੜਾ ਕਾਰਜ ਹੈ, ਉਹ ਕਾਰਜ ਕੀ ਹੈ? ਉਹ ਭਜਨ ਸਿਮਰਨ ਹੈ। ਜੇ ਆਪਾਂ ਟਾਈਮ ਦੇ ਨਾਲ ਭਜਨ ਸਿਮਰਨ ਕਰਦੇ ਹਾਂ, ਆਪਣੇ ਗੁਰੂ ਨੂੰ ਯਾਦ ਕਰਦੇ ਹਾਂ, ਉਹਦੀ ਯਾਦ ਦੇ ਵਿੱਚ ਬੈਠਦੇ ਹਾਂ, ਫਿਰ ਸਾਰੀਆਂ ਚੀਜ਼ਾਂ ਕਬੂਲ ਹੁੰਦੀਆਂ ਹਨ। ਲੇਕਿਨ ਜੇ ਆਪਾਂ ਸਿਰਫ ਭਜਦੇ ਰਹਿੰਦੇ ਆ ਕਿ ਜੀ ਅੱਜ ਇੱਥੇ ਭਜ ਲਈਏ ਜੀ, ਅੱਜ ਉੱਥੇ ਭਜ ਲਈਏ ਜੀ, ਅੱਜ ਇਹ ਵੇਖ ਲਈਏ ਜੀ, ਕੱਲ ਨੂੰ ਉਹ ਵੇਖ ਲਈਏ ਜੀ, ਭਾਈ ਇਸ ਤੋਂ ਸਾਡਾ ਕੁਝ ਨਹੀਂ ਬਣਨ ਲੱਗਾ। ਹੋਵੇਗਾ ਸਾਡੀ ਕਰਨੀ ਦੇ ਨਾਲ ਹੋਵੇਗਾ। ਤਾਂ ਕਰਕੇ ਸਮਝਾ ਰਹੇ ਹਨ, ਚਲੋ ਸੰਤ ਕੀ ਲਾਰ, ਕਿ ਭਾਈ ਉਹਨਾਂ ਦੇ ਪਿੱਛੇ ਚੱਲਣ ਦੀ ਲੋੜ ਹੈ, ਉਹਨਾਂ ਦੀ ਸਿੱਖਿਆ ਦੇ ਉੱਤੇ ਚੱਲਣ ਦੀ ਲੋੜ ਹੈ। ਹੁਣ ਅਗਲੀ ਕੜੀ ਦੇ ਵੀ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਰਾਧਾ ਸੁਆਮੀ ਹਿਤ ਉਪਦੇਸ਼ੀ ਕਹਤੇ हे लामार। राधा स्वामी हित उपदेशी कहते हे लामार। जो समझे सो सार समावे, पावे भेद अपार। बिरहनी गुरु की शरण संहार। बिरहनी गुरु की शरण संहार। ਹੁਣ हुजूर स्वामी जी महाराज ਹੁਣ ਆਖਰੀ ਕੜੀ ਦੇ ਵਿੱਚ ਆ ਕੇ ਸਾਡੇ ਸਾਹਮਣੇ ਉਹ ਜਿਹੜਾ ਪਰਮ ਲਕਸ਼ ਹੈ ਤੇ ਜਿਹੜਾ ਅੰਤਿਮ ਭੇਦ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਆਪ ਕਹਿ ਰਹੇ ਹਨ, ਰਾਧਾ स्वामी हित उपदेशी कहते हेला मार। जो समझे सो सार समावे, पावे भेद अपार। ਹੁਣ ਪੂਰਾ ਕਨਕਲੂਡ ਕਰਦੇ ਹੋਏ ਉਹ ਜਿਹੜਾ ਭੇਦ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਇੱਥੇ ਰਾਧਾ स्वामी ਦਾ ਮਤਲਬ ਹੈ ਉਹ ਰਾਧਾ, ਉਹ ਆਤਮਾ, ਉਹ ਸੁਰਤ, ਤੇ स्वामी ਦਾ ਮਤਲਬ ਹੈ ਉਹ ਕੁਲ ਮਾਲਿਕ। ਆਪ ਕਹਿ ਰਹੇ ਹਨ ਕਿ ਰਾਧਾ स्वामी ਹਿਤ ਉਪਦੇਸ਼ੀ ਕਹਤੇ हेला मार, ਕਿ ਸਾਡੇ ਹਿੱਤ ਵਿੱਚ ਆ ਕੇ ਉਹ ਸੰਤ ਮਹਾਤਮਾ ਸਾਨੂੰ ਉਪਦੇਸ਼ ਦੇ ਰਹੇ ਹਨ। हेला मार ਦਾ ਮਤਲਬ ਹੈ ਪੁਕਾਰ ਕਰ ਕਹਿ ਰਹੇ ਹਨ। ਇਨਸਾਨ ਕਿਉਂਕਿ ਕਮਜ਼ੋਰ ਹੈ, ਇਨਸਾਨ ਨੂੰ ਰਿਕੁਐਸਟ ਕਰਨੀ ਪੈ ਰਹੀ ਹੈ, ਉਹ ਸਾਡਾ ਭਲਾ ਚਾਹੁੰਦੇ ਹਨ। ਗੁਰੂ ਇੱਥੇ ਆਪਣੇ ਸਿੱਸ਼ਿਆਂ ਦਾ ਭਲਾ ਚਾਹੁੰਦੇ ਹਨ, ਤਾਂ ਕਰਕੇ ਪੁਕਾਰ ਕੇ ਕਹਿ ਰਹੇ ਹਨ ਕਿ ਭਾਈ
उठो जागो, ये तुम्हारा घर नहीं है। ये भाई थोड़ी भलाई दे वास्ते समझा रहे हैं कि ये थोड़ा घर नहीं है। इत्थे तो एक दिन सारिया ने इस चीज नूं छड़ के चले जाना है, लेकिन जे उस वेले जाके मालक दा नाम याद नहीं आया तो भाई फिर कोई संभाल नहीं कर सकता। ये जेड़ा 84 का जेड़ा जेल खाना है बहुत माड़ा है। इत्थे जो कोई आया है दुख सह के ही गया है, भावे वो किन्नी भी पोजीशन होल्ड कीती होवे, किसी भी ब्यूरोक्रेट होवे, कोई प्राइम मिनिस्टर होवे, कोई वड्डा तो वड्डा बिजनेसमैन होवे, किसी कंट्री का डिक्टेटर होवे, आपा उठा के देख लईए इतिहास, कोई है जेड़ा कह सके कि वो इत्थे तो सुख पा के गया होवे। लेकिन कोई संत हसदा हसदा जांदा है, सच्चा शिष्य हसदा हसदा जांदा है, क्योंकि वो अपनी लिव जेड़ी है वो नाम दे नाल जोड़ लेंदा है। तां करके साडी भलाई दे वास्ते संत कह रहे हैं कि भाई हुण इत्थे गारंटी नहीं है कद इत्थे तो जाना पै जे। इंसान ने अपनी मौत का समान बना के रखिया होया है, इंसान पता नहीं कदे दुनिया नूं तबाह कर दे। तां करके सानू भाई अगे वधण दी लोड़ है, तां करके सानू उस परमात्मा दे नाल अपनी लिव नूं जोड़न दी लोड़ है। तां करके फिर कह रहे हैं सार समावे, जो समझे सार समावे, कि जो जीव, जो आत्मा, जो शिष्य, जो सच्चा राधा स्वामी अपनी इस पुकार नूं समझ लैंदा है, अपने गुरु दे बताए हुए रस्ते दे उत्ते चल लैंदा है, फिर ओदी जिहड़ी संभाल है वो गुरु करदा है। सार कहंदे आ एसेंस नूं, जिहड़ा वो सारा कुछ अपनी जिंदगी ते भी समा लैंदा है। फिर वो आत्मा जिहड़ी बूंद स्वरूप है, फिर उस परमात्मा नामी समुंदर दे विच मिल जांदी है ते वो भी समुंदर बन जांदी है। ते ओ पावे भेद अपार, कि जो इस चीज नूं करके वखांदा है ओनू फिर एक भेद अपार मिलता है। वो भेद की है? जद वो आत्मा उस परमात्मा दे नाल मिल जांदी है ते उस नूं अपने असल दा पता लग जाता है, वो अपने असल कर उत्थे सचखंड पहुंच जाती है। फिर जिहड़ी आत्मा दी जिहड़ी रेस है, ये जिहड़ा आना जाना है, ये खत्म हो जाता है ते वो सच्ची शांति दे विच जाके सो जाती है। उस स्थिति नूं साडे सामने रख रहे हैं ते ये फिर जिहड़ा 84 लाख दा जिहड़ा आना जाना है, ये पूरे तरीके दे नाल स्टॉप हो जाता है ते आत्मा एक सेंस ऑफ ट्रैंक्विलिटी, एक शांति दी अवस्था दे विच सो जाती है ते उत्थे इन्नी खुशी ते इन्ना अमृत वरसदा है कि फिर हर चीज दे विच सिर्फ सुख ही सुख, सुख ही सुख, सुख ही सुख मिलता है। उस अवस्था तक पहुंच जाते हैं। तो वो साडे सामने हुजूर स्वामी जी महाराज ने ना बाणियां दे जरिए रख रहे हैं। हुण भाई साडी जिम्मेवारी है सत्संगा दी, भजना दी, मोटिवेशनल वीडियोस दी कोई कमी नहीं है, कोई काट नहीं है। इन्नियां किताबां हां, लाइब्रेरियां पढ़ियां होइयां हन, लेकिन इंसान समझदा नहीं है। इंसान एक कान तो सुनदा है, दूजे कान तो निकाल देता है, क्योंकि इंसान सोचदा है कि हुण बहुत वक्त हैगा है। लेकिन भाई सानू कल का भरोसा नहीं है, कल की होने वाला है। तां करके भाई सानू अज तो ही, अभी तो ही इन्हां चीजां तो प्रेरणा लेंदे होए अपनी जिंदगी नूं सवारना है। जे आप अपनी जिंदगी नूं आज सवारांगे, वो मालिक सारा कुछ साडे लई करूगा। आपां ने इन्हां चीजां नूं कोई फैशन नहीं बनाना है कि आपां फोटो लैके आंदे हाँ, फोटो आपां ने लगा लीती, आपां ने नामदान भी मालिक ने दे दिता, वो किताबां भी आपां ने बस लाके रख दिती, कदी पढ़िया ही नहीं। भजन सिमरन शुरुआत दे विच कीता, बाद च आपां ने छड़ दिता। भाई इन्हां दे नाल नहीं होण लगा। गुरुआं दी सच्ची खुशी साडे भजन सिमरन दे विच है। आपां ने कोई फैशन ते कोई बोर्ड लगा के नहीं चलना है कि आपां सत्संगी हां। आपां ने करके वखाना है, आपां ने बन के वखाना है, आपां ने एग्जाम्पल सैट करना है। ये नहीं, देखो गुरु साडे ये नहीं कहते कि आप सारा कुछ छड़ के बह जाइए। सारियां चीजां नूं निभांदे होए, अपनी घर परिवार दी जिम्मेवारियां नूं भी निभांदे होए, अपने परिवार दे विच बैठदे हुए सारा कुछ करना चाहिदा है। लेकिन भाई नाल दे नाल भजन सिमरन नूं वखत देना है।
देखो मालिक साडी सारियां दी अवस्था जानदा है, उस तो कुछ नहीं लुकिया होया। लेकिन जे आपां लॉयल होके सच विच कहणगे कि मालिक मेरे अवगुण ते गुण ना विचारो कोई, मालिक मेरे जितने विच मेरे ताकत है मैं कर रहा हां, मैं रोज तेरी याद दे विच बैठ रहा हां, मैनू सांभ लै, फिर उस मालिक दी जिम्मेवारी है। लेकिन आपां शुरुआत तां करिए। ये बहाने जिहड़े आपां बनांदे हन इन्हां नू साइड रख के आपां शुरुआत तां करिए। आपां ने अपनी जिंदगी नू की बना लिता है? रोज सानू नवी ब्रेकिंग न्यूज़ चाहिदी है। कदे भाई सानू भजन सिमरन दे नाल जुड़ना है, इन्हां चीजां दे नाल नहीं जुड़ना। ये जिहड़ियां चीजां साडा दिमाग खराब करदियां हन, साडे नाल नहीं कुछ होण लगा। आप अपने दिन की शुरुआत ही इन्हां चीजां दे नाल करदे हन, तां फिर किवें आप अपने दिन नू चंगी तरीके दे नाल जी पावांगे? आपने अपने दिन की शुरुआत उस मालिक की याद दे विच करनी है। सुबह उठ के कहना है मालिक सब तो पहला तेरा शुक्र है कि मेरी आंखां आज खुलियां हन, पता नहीं कितने लोग की रात सोए सी आज उठे नहीं, तेरा शुक्र है मालिक कि आज मेरी आंखां खुलियां हन। मालिक मैं नहीं जानदा कि तुझसे क्या मांगू, जो तू मेरे लिए ठीक समझे मैनू दे दे, ते मैनू हिम्मत बख्श कि मैं तेरा भजन सिमरन कर सका, तेरे नाल जुड़ सका। मेरे विच ताकत नहीं है मालिक, मैनू सांभ ले। आपां कोशिश तां करिए, ओहदे अगे अरदास तां करिए, वो जरूर सुनूगा। लेकिन शुरुआत सानू करनी पैनी है, होवेगा साडी करनी दे नाल। याद रखो जे आप उस मालिक दे लई 10 कदम चलांगे वो साडे लई 1000 कदम चलूगा। लेकिन पहला कदम सानू रखना पैना है। मालिक ने बहुत मेहर कीती हुई है। मालिक ने सानू चंगे परिवार दे विच जन्म दे दिता, सानू परमात्मा दे नाल जोड़ दिता, सत्संग दे नाल जोड़ दिता, सानू पूर्ण संत सतगुरु दे नाल जोड़ दिता। हुण भाई और किहड़ी मेहर दी लोड़ है? जिहड़ी परमार्थ दी मेहर है वो भी होवेगी जब बैठोगे, बैठांगे करांगे, जरूर मालिक बख्शिश करूगा। तो आइए आपां भी इन्हां चीजां तो प्रेरणा लेंदे होए स्वामी जी महाराज दी बाणी दी इज्जत रखते हुए सानू भी अपने घर दे विच वो माहौल बनाना है ते भजन सिमरन करना है। भजन सिमरन साडे उत्ते कोई दबाव नहीं है, ये साडा एक प्यार होना चाहिए है। जद आत्मा सच्चे प्यार दे विच डुबदी है ना, उन्होंने कहने की लोड़ नहीं पैंदी। अज आपां सारे ही उस अवस्था दे विच है कि सानू गुरु साहब समझाने की कोशिश कर रहे हैं, सानू सारियां नू समझना है। आपां तां उसते दर दे कुकर हां भाई, मालिक जे सानू कुछ दया कर रहा है सानू तां भाई ग्रेटफुल होना चाहिए है। ते आओ आपां भी इन्हां चीज़ां तो प्रेरणा लेंदे होए भजन सिमरन दे विच लईए ते अपनी जिंदगी नू खुशहाल बनाइए। सच्ची खुशी की है? सच्ची खुशी है जब इंसान चैन दी नींद सोंदा है ते अपने जीवन दे विच उस मालिक दा शुक्रिया अदा करता है, वो सच्ची खुशी है। आओ आपां भी सच्ची खुशी प्राप्त करिए ते मालिक दी याद दे विच बैठिए। याद रखो वो मालिक साडा परमार्थ भी बनावेगा, वो मालिक साडा स्वार्थ भी बनावेगा। जो उन्होंने इस दुनिया दे विच जन्म दिता है वो साडे कारज भी बनावेगा। लेकिन विश्वास सानू रखना है, करना है, करके वखाना है, कुछ बन के वखाना है। राधा स्वामी हित उपदेशी कहते हे लार, जो समझे सो सार समावे, पावे भेद अपार। बिरहनी गुरु की शरण संहार, बिरहनी गुरु की शरण संहार।